ਤੁਹਾਡੇ ਦੇ ਇੱਥੋਂ ਇੱਕ ਲੀਡਰ ਨੇ, ਉਹਨਾਂ ਨੂੰ ਭੜਕਾਊ ਗੱਲ ਤੋਂ ਬਗੈਰ ਕੋਈ ਗੱਲ ਨਹੀਂ ਆਊ। ਔਰ ਅੱਜ ਮੇਰੇ ਜਾਣ ਤੋਂ ਬਾਅਦ ਉਹਦੇ ਢਿੱਡ ਪੀੜ ਜ਼ਰੂਰ ਹੋਣੀ, ਇਸ ਲਈ ਮੈਂ ਉਹਦਾ ਪਹਿਲਾਂ ਹੀ ਉਹਦਾ ਵੀ ਇਲਾਜ ਕਰ ਜਾ, ਮੁੜ ਕੇ ਬੋਲੂਗਾ ਮੇਰੀ ਪਿੱਠ ਪਿੱਛੇ ਬੋਲੂਗਾ, ਉਹਦਾ ਸਵਾਦ ਕੋਈ ਨਹੀਂ। ਉਹ ਜਿਹੜੇ ਭਾਈ ਸਾਹਿਬ ਨੇ ਉਹਨਾਂ ਨੂੰ ਭਾਈਚਾਰਕ ਸਾਂਝ ਨਾਲ ਕੁਛ ਨਹੀਂ, ਉਹਨਾਂ ਨੂੰ ਤਾਂ ਆਪਣੀਆਂ ਵੋਟਾਂ ਤੱਕ ਹੀ ਮਤਲਬ ਹੈ। ਔਰ ਹਰ ਗੱਲ ਨੂੰ ਹਿੰਦੂ ਸਿੱਖ ਦੇ ਨਜ਼ਰੀਏ ਨਾਲ ਵੇਖਦੇ, ਉਸੇ ਐਨਕ ਨਾਲ ਵੇਖਦੇ। ਉਹ ਬੰਦੇ ਦਾ ਇੱਕ ਕੰਮ ਹੀ ਬਣ ਗਿਆ ਕਿ ਪਾੜੋ ਤੇ ਰਾਜ ਕਰੋ। ਜਿਸ ਤਰੀਕੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ ਗਿਆ ਔਰ ਆਪਣੀਆਂ ਸਰਕਾਰਾਂ ਨੇ ਜੋ ਸ੍ਰੀ ਹਰਿਮੰਦਰ ਸਾਹਿਬ 'ਚ ਲਹੂ ਲੁਹਾਨ ਕੀਤਾ, ਮੇਰੇ ਤੋਂ ਨਹੀਂ ਬਰਦਾਸ਼ਤ ਹੋਇਆ। ਜੋ ਦਿੱਲੀ ਦੇ ਨਸਲਕੁਸ਼ੀ ਹੋਈ ਔਰ ਕਿਵੇਂ ਉਸ ਵੇਲੇ ਦੀ ਕਾਂਗਰਸ ਦੇ ਹੁਕਮਰਾਨ ਦੇ ਲੀਡਰਾਂ ਨੇ, ਰਾਜੀਵ ਗਾਂਧੀ ਨੇ ਆਪੇ ਕਹਿਤਾ ਵੱਡਾ ਦਰਖਤ ਡਿੱਗਦਾ ਧਰਤੀ ਹਿਲਦੀ ਹੈ, ਔਰ ਫੌਜ ਨੂੰ ਰੋਕਿਆ ਔਰ ਮਾਸੂਮ ਬੱਚੇ ਬੱਚੀਆਂ ਦੀ ਇੱਜ਼ਤਾਂ ਪੱਤਾਂ ਲੁੱਟੀਆਂ ਗਈਆਂ, ਸਾਡੀਆਂ ਧੀਆਂ ਭੈਣਾਂ ਦੀ, ਔਰ ਜੋ ਜਿਉਂਦਾ ਸਾੜਤੇ ਗਏ। ਆਮ ਆਦਮੀ ਦੀ ਸਰਕਾਰ ਦਿੱਲੀ 'ਚ ਉਹਨਾਂ ਦਾ ਵਿਰੋਧ ਕਰਦੀ ਹੈ, ਕਿੱਥੇ ਕੇਂਦਰ ਦੀ ਸਰਕਾਰ ਕਿਸੇ ਦਾ ਵਿਰੋਧ ਕਰਦੀ ਹੈ। ਇਸ ਲਈ ਇਹਨਾਂ ਸਾਰੇ ਬੰਦੀ ਸਿੰਘਾਂ ਦੇ, ਭਾਈ ਬਲਵੰਤ ਸਿੰਘ ਰਾਜੋਆਣਾ, ਪ੍ਰੋਫੈਸਰ ਦਵਿੰਦਰਪਾਲ ਭੁੱਲਰ ਜੀ, ਹੋਰ ਜਿੰਨੇ ਵੀ ਨੇ, ਉਹਨਾਂ ਨੇ 27 28 ਸਾਲ 30 ਸਾਲ ਸਜ਼ਾ ਪੂਰੀ ਹੋ ਗਈ ਹੈ, ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਇਹ ਵਿਖੇ ਉਹਨਾਂ ਸਤਿਕਾਰਯੋਗ ਸਾਡੇ ਭੈਣ ਜੀ ਕਮਲਦੀਪ ਕੌਰ ਜੀ ਕੋਲ ਅੱਜ ਅਸੀਂ ਸਾਰੇ ਆਏ ਹਾਂ, ਔਰ ਇਹਦਾ ਕਾਰਨ ਦੋ ਬਣੇ ਆ ਵੱਡੇ ਜੀ। ਕਿ ਜਿੱਥੇ ਜਦੋਂ ਮੈਂ ਜੇਲ੍ਹ 'ਚ ਰਿਹਾ, ਉਦੋਂ ਮੈਂ ਮਹਿਸੂਸ ਕੀਤਾ ਕਿ ਅਸੀਂ ਸਾਰੀ ਜਿੰਨੇ ਬਾਹਰ ਗੁਰੂ ਨਾਨਕ ਨਾਮ ਲੇਵਾ ਸੰਗਤ ਹੈ, ਇਨਸਾਫ ਪਸੰਦ ਇਨਸਾਨ ਹੈ, ਸੰਵਿਧਾਨ 'ਚ ਵਿਸ਼ਵਾਸ ਰੱਖਣ ਵਾਲਾ ਇਨਸਾਨ ਹੈ, ਉਹ ਸਾਰੀ ਅਸੀਂ ਬੰਦੀ ਸਿੰਘਾਂ ਦੀ ਗੱਲ ਜ਼ਰੂਰ ਕਰਦੇ ਹਾਂ, ਮਗਰ ਬੰਦੀ ਸਿੰਘਾਂ ਦੇ ਪਰਿਵਾਰਾਂ ਦੀ, ਬੰਦੀ ਸਿੰਘਾਂ ਦੀ ਜੋ ਕੁਰਬਾਨੀ ਹੈ, ਜੋ ਉਹਨਾਂ ਦੀ ਐਡਾ ਵੱਡਾ ਉਹਨਾਂ ਨੇ ਸੰਘਰਸ਼ ਆਪਦੇ ਪਿੰਡੇ ਤੇ ਹੰਡਾਇਆ ਵੀ ਹੈ, ਔਖਾ ਸਮਾਂ, ਉਸ ਨੂੰ ਸ਼ਾਇਦ ਸਮਝ ਨਹੀਂ ਸਕਦੇ। ਔਰ ਜਦ ਮੈਂ ਅੰਦਰ ਰਿਹਾ ਔਰ ਜੋ ਮੈਂ ਭਾਈ ਸਾਹਿਬ ਦੀ ਹਰ ਧਰਮ ਪ੍ਰਤੀ, ਹਰ ਇਨਸਾਨ ਪ੍ਰਤੀ ਮੈਂ ਕਹੂੰਗਾ ਜੋ ਸਤਿਕਾਰ ਵੇਖਣ ਨੂੰ ਮਿਲਿਆ, ਔਰ ਜੋ ਮੈਂ ਜੇਲ੍ਹ 'ਚ ਸੁਣਿਆ ਔਰ ਦੇਖਿਆ, ਮੈਂ ਅੰਦਰ ਵੀ ਇਹਨਾਂ ਨੂੰ ਦੱਸ ਰਿਹਾ ਸੀ ਕਿ ਅਸੀਂ ਸਾਰੇ ਆਪਣੀ ਜ਼ਿੰਦਗੀ 'ਚ ਇੰਨੇ ਬਿਜ਼ੀ ਰਹਿੰਦੇ ਹਾਂ ਕਿ ਸਾਡੇ ਕੋਲ ਆਪਣੇ ਪਰਿਵਾਰਾਂ ਦੇ ਜੀਆਂ ਨਾਲ ਗੱਲ ਕਰਨ ਦਾ ਸਮਾਂ ਨਹੀਂ ਹੁੰਦਾ। ਜਿਹੜੇ ਘਰ ਚਲੇ ਜਾਓ, ਕੋਈ ਮੋਬਾਈਲ 'ਚ ਐ ਲੱਗਿਆ, ਕੋਈ ਉਧਰ ਨੂੰ ਲੱਗਿਆ। ਤੇ ਭਾਈ ਸਾਹਿਬ ਨੂੰ ਮੈਂ ਪੰਛੀਆਂ ਨਾਲ, ਉੱਥੇ ਜੋ ਗਲਹਿਰੀ ਸੀ ਉਹਦੇ ਨਾਲ, ਜਿਹੜਾ ਵੀ ਜਾਨਵਰ ਸੀ, ਕਿ ਕੋਈ ਬਾਂਦਰ ਸੀ, ਕੁਛ ਸੀ, ਹਰੇਕ ਨਾਲ ਗੱਲ ਕਰਦੇ ਵੇਖਿਆ। ਉਹਨਾਂ ਦੀ ਇਨਸਾਨੀਅਤ, ਇਨਸਾਨਾਂ ਪ੍ਰਤੀ ਨਹੀਂ, ਹਰ ਜੀ ਜੰਤ ਜੋ ਪ੍ਰਮਾਤਮਾ ਦਾ ਬਣਾਇਆ ਹੈ, ਜਿਹ 'ਚ ਸਾਸ ਨੇ, ਸਵਾਸ ਨੇ, ਉਹਦੇ ਨਾਲ ਗੱਲ ਕਰਦੇ ਮੈਂ ਵੇਖਿਆ। ਔਰ ਰੋਜ਼ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਰੋਟੀਆਂ, ਦਾਣੇ, ਪਾਣੀ ਹਰੇਕ ਪ੍ਰਾਣੀ ਆਸਤੇ ਉਹ ਪਾਉਂਦੇ ਸਨ। ਔਰ ਸ਼ਾਇਦ ਇੱਥੇ ਕੁਝ ਸਾਡੇ ਸਿਆਸੀ ਲੀਡਰ ਨੇ ਉਹ ਇਹ ਗੱਲ ਨੂੰ ਸਮਝਦੇ ਨਹੀਂ, ਚਲੋ ਮੈਂ ਉਸ ਗੱਲ ਤੇ ਬਾਅਦ 'ਚ ਆਉਣਾ। ਮਗਰ ਮੇਰਾ ਅੱਜ ਇੱਥੇ ਆਉਣ ਦਾ ਮਕਸਦ ਕੀ ਸੀ, ਕਿਉਂਕਿ ਮੈਂ ਉਹਨਾਂ ਨੂੰ ਵਾਅਦਾ, ਇਹ ਮੇਰਾ ਉਹਨਾਂ ਨਾਲ ਵਾਅਦਾ ਕਰ ਲਓ ਜਾਂ ਦਿਲ ਦੀ ਸਾਂਝ ਦੀ ਗੱਲ ਕਰ ਲਓ। ਮੈਂ ਕਿਹਾ ਮੈਂ ਭੈਣ ਜੀ ਉਹਨਾਂ ਦਾ ਧੰਨਵਾਦ ਤੇ ਸਤਿਕਾਰ ਕਰਕੇ ਜ਼ਰੂਰ ਆਉਣਾ ਹੈ, ਕਿਉਂਕਿ ਜੇਲ੍ਹ 'ਚ ਜਿੰਨਾ ਪ੍ਰਸ਼ਾਸਨ ਹੈ ਜਾਂ ਜਿੰਨੀ ਐਡਮਿਨਿਸਟ੍ਰੇਸ਼ਨ ਹੈ ਜਾਂ ਜਿੰਨੇ ਉੱਥੇ ਹਵਾਲਾਤੀਆ ਕੈਦੀ ਨੇ, ਕਿਉਂਕਿ ਜੇਲ੍ਹ ਦੀ ਆਪਣੀ ਇੱਕ ਵੱਖਰੀ ਦੁਨੀਆ। ਮੈਂ ਉਹਨਾਂ ਨੂੰ ਪੁੱਛਿਆ ਇੱਕ ਵਾਰੀ, ਉੱਥੇ ਜਿਹੜੇ ਪ੍ਰਸ਼ਾਸਨ ਦੇ ਲੋਕ ਸੀ, ਮੈਂ ਕਿਹਾ ਰਾਜੋਆਣਾ ਸਾਹਿਬ ਵੱਲੋਂ ਕਦੇ ਕੋਈ ਤੁਹਾਡੇ ਨਾਲ ਗੁੱਸਾ ਗਿਲਾ, ਕੋਈ ਕਹਿੰਦੇ ਇਹ ਤੋਂ ਵੱਧ ਇਨਸਾਫ ਪਸੰਦ ਜਾਂ ਕਾਨੂੰਨ ਪਸੰਦ ਬੰਦਾ ਨਹੀਂ ਹੋਣਾ। ਜਦੋਂ ਬੰਦੀ ਦਾ ਸਮਾਂ ਹੁੰਦਾ 5 ਮਿੰਟ ਪਹਿਲਾਂ ਹੀ ਆਪ ਦਾ ਚਲੇ ਜਾਂਦੇ, ਔਰ ਕਹਿੰਦੇ ਸਾਨੂੰ ਵੀ ਜੇ ਕੋਈ ਮੁਸ਼ਕਿਲ ਆਉਂਦੀ ਹੈ ਅੰਦਰ ਕੈਦੀਆਂ ਦੇ ਮਸਲੇ 'ਚ ਜਾਂ ਹਵਾਲਾਤੀਆਂ ਦੇ ਮਸਲੇ 'ਚ, ਉਹਦੇ 'ਚ ਵੀ ਰਾਜੋਆਣਾ ਸਾਹਿਬ ਉਹਨਾਂ ਨੂੰ ਸਮਝਾਉਣ ਦਾ ਕੰਮ ਕਰਦੇ। ਸੋ ਜਿਹਨੇ ਜਿੰਨਾ ਸਮਾਂ ਉਹ ਅੰਦਰ ਰਹੇ ਆ,
जिथे रब रब कीता, रोज़ गुरु महाराज का प्रकाश करना, आप दी बाणी पढ़नी, लोकां नूं सत्कार देना, प्यार देना और पंथ की चढ़दी कला की सदा गल करनी, पंजाब च अमन शांति भाईचारे कानून की गल करनी। वो इंसान दे घर च आके उन्हां दी भैन जी नूं मिल के, उन्हां दे बच्चिआं नूं मिल के मैं समझदा सी साडी सब दी जिम्मेवारी। मैं आया थोड़े दे इत्थों एक लीडर ने, उन्हां नूं भड़काऊ गल तो बगैर कोई गल नहीं आउगी, और अज मेरे जाण तो बाद उहदे ढिड पीड़ जरूर होनी, इसलिए मैं उहदा पहला ही ਉਹਦਾ भी इलाज कर जा, मुड़ के बोलूगा मेरी पिठ पिछे बोलूगा, ਉਹਦਾ स्वाद कोई नहीं, मैं बोल के पहला ही ਚੱਲਿਆ। शायद उन्होंने भी नहीं पता ਇਹ ਉਹ ਜਿਹੜੇ ਭਾਈ ਸਾਹਿਬ ਨੇ ਉਹਨਾਂ ਨੂੰ ਭਾਈਚਾਰਕ ਸਾਂਝ ਨਾਲ ਕੁਝ ਨਹੀਂ, ਉਹਨਾਂ ਨੂੰ ਤਾਂ ਆਪਦੀਆਂ ਵੋਟਾਂ ਤੱਕ ਹੀ ਮਤਲਬ ਹੈ, ਔਰ ਹਰ ਗੱਲ ਨੂੰ ਹਿੰਦੂ ਸਿੱਖ ਦੇ ਨਜ਼ਰੀਏ ਨਾਲ ਵੇਖਦੇ ਆ, ਉਸੇ ਐਨਕ ਨਾਲ ਵੇਖਦੇ ਆ। ਬਹੁਤ ਸਿਆਣੇ ਜੀ ਤੁਸੀਂ ਤਾਂ, ਮੈਂ ਕੀ ਕਹਿਣਾ ਜੀ, ਤੁਸੀਂ ਤਾਂ ਐਵੇਂ ਨਹੀਂ ਨਾ ਮੁੱਲਾਪੁਰੀ ਹੁੰਦੀ। ਉਹ ਬੰਦੇ ਦਾ ਇੱਕ ਕੰਮ ਹੀ ਬਣ ਗਿਆ ਕਿ ਪਾੜੋ ਤੇ ਰਾਜ ਕਰੋ, ਮਤਲਬ ਹੋਰ ਕੋਈ ਕੰਮ ਨਹੀਂ ਆਉਂਦੇ। ਉਹਨੇ ਭਾਵਨਾ ਪਟਕਾ ਕੇ, ਭਾਵਨਾ ਨੂੰ ਆਹਤ ਕਰਕੇ ਆਪ ਦਾ ਕੰਮ ਕਰਨਾ। ਮੈਂ ਔਨ ਰਿਕਾਰਡ ਗੱਲ ਕਰ ਰਿਹਾ ਕਿਉਂਕਿ ਮੈਂ ਬੜੀਆਂ ਗੱਲਾਂ ਕੀਤੀਆਂ। ਭਾਈ ਸਾਹਿਬ ਨੇ ਇੱਕੋ ਗੱਲ ਕਹੀ ਕਿ ਮੇਰਾ ਜਿਹੜਾ ਮਸਲਾ ਸੀ ਉਹ ਕੇਵਲ ਤੇ ਕੇਵਲ जो श्री अकाल तख्त साहब, जो मैं उत्थे वेख्या, जिस तरीके नाल श्री अकाल तख्त साहब ढह ढेरी किया गया, और अपनियां सरकारां ने जो श्री हरमंदिर साहब च लहू लुहान किया, मेरे तो नहीं बर्दाश्त होया। जो दिल्ली ते नस्लकुशी हुई और किवें उस वेले दी कांग्रेस दे हुक्मरान दे लीडरां ने, राजीव गांधी ने आपे कहता वड्डा दरख्त डिगदा धरती हिलदी है, और फौज नूं रोकिया, और मासूम बच्चे बच्चियां दी इज्जतां पत्तां लुट्टियां गईयां, साडियां धीआं भैणां दी, और जो जिउंदा साड़ते गए। उन्हां हालातां नूं मुੱਖ रखदिआं जो दिल्ली च, जो पंजाब च नौजवान बच्चे बच्चियां नूं घरों लिजा के उन्हां दे फेक एनकाउंटर करदे ने, झूठे मुकाबले च मारदे ने। कहंदे ये हालात बने क्योंकि लोकां नूं विश्वास ही उठ गया सीगा उस वेले दीआं सरकारां दे, और उस हालात के करके जो कदम पुट्टे गए, जो कुछ होया, उहदे वास्ते उन्होंने सज़ा भी पूरी कर ली। और वेखो बाकी तो जाके ना कई बारी कोर्ट च मुकर जाते हैं कि मैं नहीं सी जां मैं ये झूठ है, उन्होंने जाके आपकी गल नूं कबूलिया, मतलब मुकरे नहीं है। जो उन्होंने उस समय जो भी हालात बने उस गल नूं कबूलिया, सच दे नाल खलोते रहे, आपकी सच्चाई पेश की, और कहंदे हाँ आ काम मैं इस कारणा करके किया। मगर अखीर च संविधान की कहता कि उम्र कैद एक बारी मिल सकती है, एको जुर्म दियां 27 साल सज़ा नहीं मिलती। तो अज जेड़े लोग जे संविधान च विश्वास रखते हैं, जिवें राजीव गांधी दे किलरस की गल चलती है कि उन्हों की रिहाई शुरू हुई है, इस तरह जे संविधान सब तो उत्ते है तो फिर संविधान की भी रखवाली होनी चाहिए। और इस तरीके नाल उम्र कैद की जिहड़ी 27 साल डबल सज़ा कोई भी बंदी सिंह जिहड़ा कट चुकिया, प्रोफैसर दविंदरपाल भुल्लर जी की रिहाई नहीं हो रही। आम आदमी की सरकार दिल्ली च उन्हां दा विरोध करती है, किथे केंद्र की सरकार किसी का विरोध करती है। इसलिए इन्हां सारे बंदी सिंघां दे भाई बलवंत सिंह राजोआणा, प्रोफैसर दविंदरपाल भुल्लर जी, और जिन्ने भी ने, उन्होंने 27 28 साल 30 साल सज़ा पूरी हो गई है, उन्होंने रिहाई होनी चाहिए है। सारे इंसाफ पसंद लोग, क्योंकि ये भी आपके परिवारां च वापस आके एक जिंदगी आपकी बतीत करन, ये साडी सब दी मंग। और देखो मैं जेल चों बाहर आ गया, मेरी उदों तक तसली नहीं जदों तक बंदी सिंघां दी रिहाई नहीं हो जाती। और मैं रोज़ अरदास करदा कि सच्चे पातशाह बड़ा लंबा समा जेल च रहे, और इंटरनेशनल कानून भी बड़े क्लीयर ने कि इन्ना चिर कोई जेल च नहीं रखा जा सकता। सो इन्हां दी रिहाई ਵੱਡੇ ਪੱਧਰ ਤੇ ਜਿੱਥੇ ਅਸੀਂ ਮੰਗ ਕਰਦੇ। और मैं ਜਿਹੜੀ ਅੱਗੇ ਗੱਲ ਕਰ ਰਿਹਾ ਸਾਂ, ਥੋੜੀ ਗੱਲ ਵਿੱਚ ਰਹਿ ਗਈ
ਕਿ ਰਾਜੋਆਣਾ ਸਾਹਿਬ ਅੰਦਰ ਆਉਣ ਤੋਂ ਪਹਿਲਾਂ ਇੱਕ ਬੜੇ ਤੁਹਾਡੇ ਪੱਤਰਕਾਰ ਹੋਏ ਆ ਮੁੱਲਾਪੁਰੀ ਸਾਹਿਬ, ਤੁਸੀਂ ਜਾਣਦੇ ਹੋਣੇ, ਸਰਹੰਦੀ ਸਾਹਿਬ, ਭੂਸ਼ਣ ਸਰਹੰਦੀ ਜੀ, ਜਿਨ੍ਹਾਂ ਨੇ 30 ਅਖਬਾਰਾਂ ਦੇ ਉਹ ਆਪ ਉਹਨਾਂ ਕੋਲ ਉਹਦੇ ਉਹ ਸੀਗੇ ਰਿਪੋਰਟਰ, ਇੱਕ ਸਮਾਂ ਉਹ ਵੀ ਸੀ, ਅਖੀਰ 'ਚ ਉਹ ਜਗਬਾਣੀ ਦੇ ਸੀ, ਔਰ ਉਹਨਾਂ ਤੇ ਅਟੈਕ ਵੀ ਹੋਇਆ ਇੱਕ ਵਾਰੀ, ਉਹਨਾਂ ਦੇ ਘਰ ਦੇ ਬਾਹਰ ਗੋਲੀ ਚੱਲੀ। ਉਸ ਵੇਲੇ ਉਹਨਾਂ ਦੀ ਹਿਫਾਜ਼ਤ ਤੇ ਕੌਣ ਸੀ? ਬਲਵੰਤ ਸਿੰਘ ਰਾਜੋਆਣਾ। ਕਹਿਣ ਦਾ ਭਾਵ ਕਿ ਜਿਹੜੇ ਇਹਨੂੰ ਹਿੰਦੂ ਸਿੱਖ ਮੁੱਦਾ ਬਣਾਉਂਦੇ ਨਾ, ਇਹ ਜਿਹਾਂ ਤੋਂ ਬਚੋ। ਇਹ ਹਿੰਦੂ ਸਿੱਖ ਦੀ ਗੱਲ ਨਹੀਂ, ਇਹ ਉਦੋਂ ਦੇ ਹਾਲਾਤ ਸੀ। ਇਸੇ ਕਰਕੇ ਉਦੋਂ ਇਹ ਫੇਕ ਐਨਕਾਊਂਟਰਸ ਹੋਏ, ਤਦੇ ਕਈ ਅਫਸਰਾਂ ਨੂੰ ਅੱਜ ਤੱਕ ਮੁੜ ਕੇ 20-20 ਸਾਲ ਬਾਅਦ, 15-15 ਸਾਲ ਬਾਅਦ CBI ਕੋਰਟ ਨੇ, ਹਾਈ ਕੋਰਟ ਨੇ ਮੁੜ ਕੇ ਸਜ਼ਾਵਾਂ ਵੀ ਦਿੱਤੀਆਂ, ਕਈ ਅੰਦਰ ਵੀ ਰਹਿ ਕੇ ਆਏ। ਇਸ ਲਈ ਜਿਹੜਾ ਇਸ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕਰਦਾ ਹੈ, ਇਹਨੂੰ ਆਪਦੀ ਛੋਟੀ ਸੋਚ ਕਰਕੇ ਵੋਟਾਂ ਵਾਸਤੇ ਫਾਇਦਾ ਲੈਣ ਦੀ ਗੱਲ ਕਰਦਾ, ਉਹ ਤੋਂ ਬਚੋ। ਔਰ ਗੱਲ ਸੰਵਿਧਾਨ ਦੀ ਹੋਵੇ, ਸੰਵਿਧਾਨ ਸਭ ਤੋਂ ਉੱਤੇ, ਇਹਨਾਂ ਦੀ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ। ਹੋਰ ਤੁਸੀਂ ਦੱਸ ਦਿਓ ਜੀ ਜੇ ਤੁਸੀਂ ਕੁਝ ਪੁੱਛਣਾ। ਬਿਕਰਮ ਜੀ, ਤੁਸੀਂ ਜੇਲ੍ਹ 'ਚ ਰਹੇ 5 ਮਹੀਨੇ, ਤੁਹਾਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਜੀ। ਹਾਂਜੀ, ਇਹ ਤਾਂ ਚੜ੍ਹਦੀ ਕਲਾ 'ਚ ਤੁਸੀਂ ਦੇਖੇ ਹੋਣੇ ਆ ਜੀ। ਹਾਂਜੀ ਹਾਂਜੀ। ਕੀ ਮਤਲਬ ਭਾਰਤ ਦੇ ਸੰਵਿਧਾਨ ਨੂੰ ਮੰਨਦੇ ਨੇ ਜੀ? ਇਹ ਪਿੱਛੇ ਜੇ ਇਹ ਰੌਲਾ ਪੈ ਰਿਹਾ ਸੀ ਵੀ ਉਹਨਾਂ ਨੂੰ ਕਾਂਗਰਸ ਦੇ ਕੁਝ ਆਗੂ ਜਾਂ ਜਿਵੇਂ ਤੁਸੀਂ ਮੈਂ ਨੋਟ ਡਾਊਨ ਲਾਤਾ, ਉਹਨਾਂ ਦਾ ਪਰਿਵਾਰ ਇਹ ਕਹਿੰਦਾ ਕਿ ਵੀ ਜੇ ਉਹ ਸੰਵਿਧਾਨ ਨੂੰ ਮੰਨਦੇ ਨੇ ਅਸੀਂ ਗੱਲ ਕਰ ਲੈਣੇ ਆ। ਕੀ ਤੁਹਾਨੂੰ ਜਾਂ ਭੈਣ ਜੀ ਬੈਠੇ ਕੋਲੇ, ਕੀ ਤੁਹਾਡੇ ਨਾਲ ਕਦੇ ਉਹਨਾਂ ਦੀ ਗੱਲ ਹੋਈ ਹੈ? ਬਿਲਕੁਲ ਹੋਈ ਜੀ, ਬਿਲਕੁਲ ਹੋਈ। ਬਹੁਤ ਤੁਸੀਂ ਵਧੀਆ ਸਵਾਲ ਕੀਤਾ। ਮੈਂ ਵੀ ਉਹਨਾਂ ਨੂੰ ਇਹੀ ਸਵਾਲ ਪੁੱਛਿਆ ਸੀ। ਕਹਿੰਦੇ ਜਦ ਮੈਂ ਸੁਪਰੀਮ ਕੋਰਟ 'ਚ ਜਾ ਕੇ ਮੇਰੇ ਲਈ ਅਰਜੀ ਪਾਈ ਗਈ ਆ, ਤੇ ਸੁਪਰੀਮ ਕੋਰਟ ਵੀ ਤਾਂ ਫਿਰ ਸੰਵਿਧਾਨ ਤੇ ਵਿਸ਼ਵਾਸ ਹੈ ਤਦੇ ਪਾਈ ਗਈ ਆ। ਇਸ ਨੂੰ ਨਾ ਮੈਂ ਤਦੇ ਤੁਹਾਨੂੰ ਪਹਿਲਾਂ ਗੱਲ ਕਹਿਤੀ ਸੀ ਗੱਲ ਕਿ ਜੇ ਸੰਵਿਧਾਨ 'ਚ ਵਿਸ਼ਵਾਸ ਨਾ ਹੁੰਦਾ ਤੇ ਫਿਰ ਉਸ ਵੇਲੇ ਪੁਲਿਸ ਦੀ ਨੌਕਰੀ ਕਿਵੇਂ ਕਰਕੇ, ਔਰ ਜੇ ਸੰਵਿਧਾਨ 'ਚ ਵਿਸ਼ਵਾਸ ਨਾ ਹੁੰਦਾ ਤੇ ਅੱਜ ਜਾ ਕੇ ਸੁਪਰੀਮ ਕੋਰਟ 'ਚ ਅਰਜੀ ਕਿਉਂ ਪਾਉਂਦੇ? ਔਰ ਜਿਹੜੇ ਮੈਂ ਉਹਨਾਂ ਨੂੰ ਇਹ ਵੀ ਪੁੱਛਿਆ, ਕਿਉਂਕਿ ਇਹ ਗੱਲਾਂ ਬਾਹਰ ਚੱਲਦੀਆਂ ਸੀ, ਕੁਝ ਲੋਕ ਕਰਦੇ ਸਨ। ਮੈਂ ਕਿਹਾ ਭਾਈ ਸਾਹਿਬ ਕੀ ਤੁਸੀਂ ਬਾਕੀ ਧਰਮਾਂ ਦਾ ਸਤਿਕਾਰ ਕਰਦੇ ਹੋ? ਕਹਿੰਦੇ ਮੈਂ ਗੁਰੂ ਨਾਨਕ ਨਾਮ ਲੇਵਾ ਸਿੱਖ ਹਾਂ, ਔਰ ਮੈਂ ਆਪਦੀ ਅੱਖੀ ਵੇਖਿਆ ਜੀ ਗੁਰੂ ਮਹਾਰਾਜ ਦਾ ਪ੍ਰਕਾਸ਼ ਉਹਨਾਂ ਦੀ ਚੱਕੀ 'ਚ। ਰੋਜ਼ ਸਵੇਰੇ 2:30 ਵਜੇ ਉੱਠ ਕੇ ਪਹਿਲਾਂ ਗੁਰੂ ਆਪਦੀ ਚੱਕੀ ਧੋਂਦੇ ਆ ਜੀ, ਫਿਰ ਇਸ਼ਨਾਨ ਕਰਦੇ ਆ ਜੀ, ਫਿਰ ਉਹਨਾਂ ਨੂੰ ਛੋਟੇ ਸਰੂਪ ਗੁਰੂ ਸਾਹਿਬ ਦੇ ਸੇਵਾ 'ਚ ਕੋਈ ਉਹਨਾਂ ਦੇ ਕੋਲ ਆ ਗਏ ਸਨ, ਉਹਦੀ ਉਹ ਸੇਵਾ ਕਰਦੇ। ਸਵੇਰੇ 3 ਵਜੇ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਦੇ ਆ, ਪੰਜੇ ਬਾਣੀਆਂ ਦਾ ਪਾਠ ਕਰਦੇ ਆ, ਔਰ ਸ਼ਾਮ ਨੂੰ ਸੁਖਾਸਨ ਸਾਹਿਬ ਕਰਦੇ ਆ, ਫਿਰ ਆਪਦਾ ਜਾ ਕੇ ਕੋਈ ਹੋਰ ਡਿਊਟੀ ਕਰਦੇ ਆ। ਔਰ ਇਹ ਗੱਲ ਪੁਲਿਸ ਜਿਹੜੀ ਸਾਰਾ ਪ੍ਰਸ਼ਾਸਨ ਹੈ ਉਸਨੇ ਵੀ ਤਸਦੀਕ ਕੀਤੀ ਕਿ ਜਦ ਅਸੀਂ ਸਵੇਰੇ ਆਉਂਦੇ ਇੱਥੇ, ਕਿਉਂਕਿ ਉੱਥੇ ਹਰ 2 ਘੰਟੇ ਬਾਅਦ ਬੰਦੇ ਬਦਲ ਕੇ ਗੇੜਾ ਲਾਉਣ ਆਉਂਦੇ, ਕਹਿੰਦੇ ਜਦ ਅਸੀਂ 2-2:30 ਵਜੇ ਜਦ ਵੀ ਆਉਂਦੇ ਅੰਮ੍ਰਿਤ ਵੇਲੇ, ਅਸੀਂ ਰਾਜੋਆਣਾ ਸਾਹਿਬ ਨੂੰ ਜਾਗਦੇ ਵੇਖਿਆ।